गुरगद्दी ते विराजमान, तख्त चवर छत्र दा मालक, बाणी बोहित तन तन आदि श्री गुरु ग्रंथ साहिब की पावन हजूरी अंदर सज बैठी गुरु खालसा साध संगत जी आओ जो आप चिरां तो तन धन साहिब श्री गुरु नानक पातशाह के पावन जीवन दियाँ कथा कहानियाँ विचारां करते सुनते आ रहे हैं। आओ अज भी उस लड़ी का किस्सा बन के आपां सतगुरां दे पावन जीवन विचों कुछ क रबी गुणां नूं ग्रहण करन दा यतन करिए ताकि आया साडा संसार ते सफल हो जाए। अज जिहड़े आपां नित दुखां कलेशां रोगां सोगां काड़ियां साड़ियां विच फिकरां चिंता विच ग्रसे होए हैं, किवें ना किवें साडा इन्हां तों बचाव हो जाए। जमां दी मार तो बच सकीए आपां अर जो सुनते देखते आ रहे आपां 84 लख जोना गंदियां मंदियां टेढ़ियां मेढ़ियां इन्हां तो अपना बचाव हो सके। आपां कई दिनों तो कई महीने तो विचार करते आ रहे हैं कि आपां जिहड़े आ दुख इन्ने सहारते हैं, हर इंसान दुखी है। क्यों दुखी है? तो जदों आपां गुरबाणी विचों भाल की इस गल की, अपने गुरु साहबां नूं पुछया, भगतां नूं पुछया भी हर इंसान दुख की हालत विच है। ये गल वक्री है, किसी नूं छोटा दुख है तो किसी नूं वड्डा दुख है। कोई थोड़ियां चिंता में घिरिया तो कोई बालियां चिंता में घिरिया है। कोई शरीरक दुखा करके दुखी है तो कोई मानस दुखा करके दुखी है। तो पातशाह ने फिर सानू समझाया बड़े प्यार के नाल, वो कहन लगे जिहड़ी साडे जन्मां जन्मांतरां दे मन नूं लगी हुई साडे पाप कर्मां दी मैल लगी हुई, जिन्ना चिर वो धुपदी नहीं उन्ना चिर दुखा कलेशां तो बहुत बचना संभव है। ये गल वक्री है कि जिन्ना को इंसान पुण्यदान करता है, जिन्ने को भले कर्म करता है, जिन्ना को किसी का भला सोचता है, उन्ना के नूं थोड़ा बहुत राहत सुख दी मिल जाती है। नहीं तो जीवन तकरीबन दुखों का भरिया। अज भी जिन्ने असी कर्म कर रहे हैं, सच जाणो कदे विचार के देखना, अज भी साढ़े कर्म सारे दुख पैदा करने वाले कर्म है। साढ़े अज भी वो जे बीज तैयार कर रहे हैं असी, यूनीवर्सिटियां वाले
ਬੀਜ ਤਿਆਰ ਕਰਦੇ ਆ, ਤਰ੍ਹਾਂ ਤਰ੍ਹਾਂ ਦਾ ਬੀਜ ਤਿਆਰ ਕਰਦੇ ਹਾਂ। ਅਸੀਂ ਵੀ ਤਰ੍ਹਾਂ ਤਰ੍ਹਾਂ ਦਾ ਇਸ ਖੇਤੀ ਵਿੱਚ ਸਰੀਰ ਰੂਪੀ ਖੇਤੀ ਵਿੱਚ ਅਸੀਂ ਵੀ ਨਵੇਂ ਤੋਂ ਨਵਾਂ ਬੀਜ ਤਿਆਰ ਕਰਦੇ, ਨਵੇਂ ਤੋਂ ਨਵਾਂ ਬੀਜ ਤਿਆਰ ਕਰਦੇ। ਆਖਿਰ ਜਿਹੜਾ ਬੀਜ ਤਿਆਰ ਹੁੰਦਾ ਹੈ, ਬੀਜਿਆ ਜਾਂਦਾ ਹੈ, ਇੱਕ ਦਿਨ ਪੌਦਾ ਬਣ ਕੇ, ਦਰਖਤ ਬਣ ਕੇ ਉਹਨੂੰ ਫਲ ਤੇ ਲੱਗੂਗਾ ਨਾ। ਆਪਾਂ ਫਲਾਂ ਦੇ ਬੂਟੇ ਕਿਉਂ ਬੀਜਦੇ ਹਾਂ? ਸਵਾਲ ਹੈ ਕਿ ਅਸੀਂ ਘਰਾਂ ਵਿੱਚ ਖੇਤਾਂ ਵਿੱਚ ਫਲਾਂ ਦੇ ਬੂਟੇ ਕਿਉਂ ਬੀਜਦੇ ਹਾਂ? ਚੰਗੇ ਤੋਂ ਚੰਗੇ ਫਲਾਂ ਦੇ ਬੀਜ ਬੀਜਦੇ ਹਾਂ ਵੀ ਇਹਨਾਂ ਫਲਾਂ ਦਾ ਰਸ ਮਾਣਾਂਗੇ, ਸੁੱਖ ਮਾਣਾਂਗੇ। ਇੱਕ ਬਾਹਰ ਦੀ ਖੇਤੀ, ਸਾਡੇ ਸੰਸਾਰ ਦੀ ਇੱਕ ਉਹਦੀ ਬਿਲਕੁਲ ਦੂਜੀ ਕਾਪੀ ਜਿਹੜੀ ਹੈ, ਉਹ ਸਾਡੇ ਸਰੀਰ ਰੂਪੀ ਧਰਤੀ ਦੀ, ਬਾਹਰ ਦੀ ਧਰਤੀ ਵਿੱਚ ਜਿਸ 'ਤੇ ਅਸੀਂ ਰਹਿ ਰਹੇ ਹਾਂ, ਇਹਦੇ ਵਿੱਚ ਜੋ ਬੀਜਦੇ ਉਹ ਪੈਦਾ ਹੁੰਦਾ ਹੈ। ਅਤੇ ਸਰੀਰ ਦੀ ਧਰਤੀ ਵਿੱਚ ਵੀ ਜਿਹੋ ਜਿਹਾ ਬੀਜ ਪਾਪ ਪੁੰਨ ਦਾ ਪਾਉਂਦੇ ਅਸੀਂ, ਉਹ ਵੀ ਤਾਂ ਆਖਿਰ ਪੈਦਾ ਹੋਣਾ ਬੀਜ, ਉਹਨੂੰ ਵੀ ਆਖਿਰ ਫਲ ਲੱਗਣੇ ਨੇ। ਅਤੇ ਜੇ ਬਾਹਰਲਾ ਅਸੀਂ ਖਾਣ ਵਾਸਤੇ ਬੀਜ ਬੀਜਿਆ ਫਲਾਂ ਦਾ, ਅਤੇ ਮਾੜੇ ਕਰਮਾਂ ਦਾ ਜਿਹੜਾ ਫਲ ਬੀਜ ਬੀਜਿਆ ਗਿਆ ਸਾਡੇ ਕੋਲ, ਉਹ ਵੀ ਤਾਂ ਫਲ ਸਾਨੂੰ ਖਾਣਾ ਪਊਗਾ। ਕਿਉਂਕਿ ਪੱਖ ਤਾਂ ਦੋਨੇ ਹੀ ਆ ਨਾ। ਜਿਸ ਤਰ੍ਹਾਂ ਅਸੀਂ ਕਹਿੰਦੇ ਵੀ ਸਾਡਾ ਕੀਤਾ ਹੋਇਆ ਦਾਨ 10 ਗੁਣਾ ਵੱਧਦਾ ਹੈ, ਅਤੇ ਹਰਾਮ ਦਾ ਖਾਧਾ ਹੋਇਆ ਉਹ ਨਹੀਂ 10 ਗੁਣਾ ਵਧੂਗਾ। ਪਾਪ ਦਾ ਖਾਧਾ ਹੋਇਆ, ਹੇਰਾ ਫੇਰੀ ਦਾ ਖਾਧਾ, ਲੁੱਟ ਕੇ ਖਾਧਾ ਹੋਇਆ, ਕੀ ਉਹ ਨਾ 10 ਗੁਣਾ ਵਧੂਗਾ? ਉਹ ਵੀ ਤਾਂ ਵਧੂਗਾ ਨਾ। ਲੇਕਿਨ ਅਸੀਂ ਇੱਕ ਪੱਖ ਲੈ ਲੈਂਦੇ ਕਿ ਦਾਨ ਕੀਤਾ ਸਾਡਾ ਵਧਣਾ ਹੈ। ਇਹ ਨਹੀਂ ਕਹਿੰਦੇ ਵੀ ਜਿਹੜਾ ਲੁੱਟ ਕੇ ਠੱਗੀ ਮਾਰ ਕੇ ਖਾਧਾ ਉਹਦਾ ਵੀ ਸਾਨੂੰ ਫਲ ਮਿਲਣਾ, ਉਹ ਵੀ ਉਨਾ ਹੀ ਵਧਣਾ ਹੈ। ਮੰਨ ਲਓ ਅਸੀਂ ਕਿਸੇ ਬਲ ਕਾਰਨ, ਕਿਸੇ ਹੇਰਾ ਫੇਰੀ ਕਾਰਨ ਕਿਸੇ ਦਾ 200-400 ਰੁਪਈਆ ਮਾਰ ਲੈਂਦੇ ਹਾਂ, ਨਹੀਂ ਦਿੰਦੇ, ਜਾਂ ਇੱਦਾਂ ਕਹਿ ਲਈਏ ਕਿ ਦੇ ਨਹੀਂ ਸਕੇ, ਸਵਾਸਾਂ ਦੀ ਪੂੰਜੀ ਖਤਮ ਹੋ ਗਈ, ਇੱਦਾਂ ਵੀ ਤਾਂ ਹੋ ਜਾਂਦਾ ਨਾ। ਲੇਕਿਨ ਉਧਾਰ ਤਾਂ ਹੈ ਨਾ, ਉਹ ਪਤਾ ਨਹੀਂ ਕਿੰਨੇ ਗੁਣਾ ਹੋ ਕੇ ਫਿਰ ਜੇ 10 ਗੁਣਾ ਸਾਨੂੰ ਫਲ ਦਾਨ ਪੁੰਨ ਦਾ ਮਿਲ ਸਕਦਾ, ਤਾਂ ਉਹ ਵੀ ਤਾਂ 10 ਗੁਣਾ ਸਾਨੂੰ ਭਰਨਾ ਪਊਗਾ ਨਾ। ਇਸ ਕਰਕੇ ਸਾਨੂੰ ਇਹਨਾਂ ਕਾਰਨਾਂ ਕਰਕੇ ਅਸੀਂ ਦੁਖੀ ਹਾਂ। ਆਪਾਂ ਕੱਲ੍ਹ ਵਿਚਾਰ ਕਰ ਰਹੇ ਸਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਨਾਲੋਂ ਅਸੀਂ ਵਿਛੜੇ ਨਹੀਂ, ਨਾ ਉਹ ਸਾਡੇ ਨਾਲੋਂ ਵਿਛੜਿਆ, ਨਾ ਅਸੀਂ ਉਹਦੇ ਨਾਲੋਂ ਦੂਰ, ਨਾ ਉਹ ਸਾਡੇ ਨਾਲੋਂ ਦੂਰ। ਕਣ ਕਣ ਵਿੱਚ ਹੈ, ਹਰ ਜੀਵ ਦੇ ਅੰਦਰ ਹੈ। ਅਤੇ ਜਿੱਥੇ ਰੱਬ ਆਪ ਖੁਦ ਖੁਦਾ ਆਇਆ ਹੋਵੇ, ਉੱਥੇ ਦੁੱਖਾਂ ਦਾ ਕੀ ਕੰਮ ਬਈ? ਇੱਕ ਉਦਾਹਰਨ ਬਾਹਰੋਂ ਆਪਾਂ ਬਾਹਰੀ ਤੌਰ 'ਤੇ ਲੈ ਲਈਏ ਵੀ ਸਾਡੇ ਪ੍ਰਧਾਨ ਮੰਤਰੀ ਆਇਆ ਹੋਵੇ, ਸਾਡੇ ਇਲਾਕੇ ਪ੍ਰਧਾਨ ਮੰਤਰੀ ਆਇਆ ਹੋਵੇ, ਅਤੇ ਉਸ ਸਟੇਜ ਦਾ, ਉਸ ਸੂਬੇ ਦਾ ਜਿੰਨਾ ਪ੍ਰਸ਼ਾਸਨ ਆ, ਉਹ ਸਾਰਾ ਪਹਿਲਾਂ ਨਹੀਂ ਪਹੁੰਚ ਜਾਂਦਾ? ਪਹੁੰਚ ਜਾਂਦਾ ਨਾ। ਜਦੋਂ ਸਾਰਾ ਪ੍ਰਸ਼ਾਸਨ ਉੱਥੇ ਪਹੁੰਚ ਗਿਆ ਅਤੇ ਫਿਰ ਉੱਥੇ ਕੀ ਮਜਾਲ ਹੈ? ਕੋਈ ਉੱਚੀ ਬੋਲ ਜਾਊਗਾ? ਉੱਥੇ ਸਾਰੀਆਂ ਬਰਕਤਾਂ ਜਿੰਨੀਆਂ ਵੀ ਹੈ, ਜਿੰਨੀਆਂ ਵੀ ਜੀਵਨ ਦੀਆਂ ਜ਼ਰੂਰਤਾਂ ਨੇ, ਉਹਨਾਂ ਦੇ ਸਾਰੇ ਅਫਸਰ ਉੱਥੇ ਇਕੱਠੇ ਹੋ ਜਾਂਦੇ ਆ। ਅਤੇ ਕੋਈ ਸ਼ਿਕਾਇਤ ਕਰਦਾ ਹੈ ਅਤੇ ਨਾਲ ਦੇ ਨਾਲ ਹੀ ਅਫਸਰ ਉਹ ਸ਼ਿਕਾਇਤ ਨੂੰ ਸੁਣ ਕੇ ਅਤੇ ਉਸਨੂੰ ਉਹਦਾ ਹੱਲ ਕੱਢਦੇ ਆ।
ਇਸ ਤਰ੍ਹਾਂ ਹੁੰਦਾ ਨਾ। ਤੇ ਜਿੱਥੇ ਖੁਦ ਖੁਦਾ ਆ ਜਾਵੇ ਉੱਥੇ 9 ਨਿਧੀਆਂ 18 ਸਿੱਧੀਆਂ ਨੱਚਦੀਆਂ ਫਿਰਦੀਆਂ ਨੇ। ਉੱਥੇ ਸੁੱਖ ਨੱਚਦੇ ਫਿਰਦੇ ਆ। ਫਿਰ ਅਸੀਂ ਦੁਖੀ ਕਿਉਂ? ਕਾਰਨ ਬਹੁਤ ਵੱਡਾ ਨਾ। ਦਰਅਸਲ ਰੱਬ ਸਾਡੇ ਤੋਂ ਦੂਰ ਨਹੀਂ, ਰੱਬ ਸਾਡੇ ਨਾਲ ਵਿਛੜਿਆ ਨਹੀਂ, ਉਹ ਕੋਲ ਹੈ। ਆ ਸਾਰੀਆਂ ਸ਼ਕਤੀਆਂ ਕੋਲ ਨੇ। ਫਿਰ ਇਹ ਦੁਖੀ ਕਿਉਂ ਹੋ ਰਹੇ ਹਾਂ? ਕਿਉਂਕਿ ਉਹਨੂੰ ਪਛਾਣਿਆ ਨਹੀਂ ਅਸੀਂ। ਉਹਨੂੰ ਪਛਾਣਿਆ ਨਹੀਂ ਅਸੀਂ, ਉਹਨੂੰ ਜਾਣ ਨਹੀਂ ਸਕੇ, ਉਹਨੂੰ ਸਮਝ ਨਹੀਂ ਸਕੇ। ਅਸੀਂ ਨਾ ਸਮਝਣ ਕਾਰਨ ਅਸੀਂ ਭੁੱਲ ਗਏ ਨੂੰ, ਤਾਂ ਕਰਕੇ ਅਸੀਂ ਦੁਖੀ ਹੋ ਗਏ। ਹੁਣ ਆਪਾਂ ਕੱਲ੍ਹ ਵਿਚਾਰ ਕਰਦੇ ਹਾਂ ਕਿ ਰਾਜ ਦੇ ਵਿੱਚ ਵੀ ਉਹ ਆ ਖੁਦ ਖੁਦਾ, ਭਿਖਾਰੀ ਦੇ ਅੰਦਰ ਵੀ ਖੁਦ ਖੁਦਾ ਹੈ, ਸਾਧੂ ਦੇ ਅੰਦਰ ਵੀ ਖੁਦ ਖੁਦਾ ਹੈ, ਤੇ ਚੋਰ ਠੱਗ ਦੇ ਅੰਦਰ ਵੀ ਖੁਦ ਖੁਦਾ ਹੈ। ਰਾਜਾ ਸੁਖ ਮਾਣ ਰਿਹਾ ਹੈ, ਭਿਖਾਰੀ ਦੁਖੀ ਹੈ। ਸਾਧੂ ਸੁਖ ਮਾਣ ਰਿਹਾ ਹੈ, ਭਿਖਾਰੀ ਵਾਹਿਗੁਰੂ ਚੋਰ ਠੱਗ ਜਿਹੜਾ ਦੁਖੀ ਹੈ। ਕਾਰਨ ਕੀ ਹੈ? ਦੋਨਾਂ ਵਿੱਚ ਹੀ, ਚੋਰ ਵਿੱਚ ਵੀ ਹੈ, ਰਾਜੇ ਵਿੱਚ ਵੀ ਹੈ, ਸਾਧੂ ਵਿੱਚ ਵੀ ਹੈ, ਭਿਖਾਰੀ ਵਿੱਚ ਵੀ ਹੈ ਤਾਂ ਸਾਰਿਆਂ ਵਿੱਚ। ਇੱਕ ਸੁੱਖ ਮਾਣ ਰਹੇ ਨੇ, ਇੱਕ ਦੁੱਖ ਮਾਣ ਰਹੇ ਨੇ। ਕਾਰਨ ਆਪਾਂ ਕੱਲ੍ਹ ਇੱਕ ਵਿਚਾਰ ਆਰੰਭ ਕੀਤੀ ਸੀ। ਕਾਰਨ ਭਗਤ ਰਵਿਦਾਸ ਸਾਹਿਬ ਨੇ ਸਾਨੂੰ ਦੱਸਿਆ। ਕਾਰਨ ਭਗਤ ਅਵਤਾਰ ਰਵਿਦਾਸ ਭਗਤ ਜੀ ਨੇ ਸਾਨੂੰ ਦੱਸਿਆ। ਭਗਤ ਰਵਿਦਾਸ ਕਹਿੰਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਿਆ ਭਿਖਾਰੀ। ਕੱਲ੍ਹ ਆਪਾਂ ਇੱਥੋਂ ਵਿਚਾਰ ਬੰਦ ਕੀਤੀ ਸੀ। ਵੈਸੇ ਤਾਂ ਇੱਕ ਰਾਜੇ ਦੀ ਜਿਹੜੀ ਇਹ ਗੱਲ ਹੈ ਨਾ, ਤਕਰੀਬਨ ਜਨਕ ਦੀ ਗੱਲ ਹੈ। ਜਨਕ ਰਾਜਾ ਹੋਇਆ ਨਾ, ਜਨਕ ਰਾਜਾ ਜਿਹੜਾ, ਇਹਦੀ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈ ਲਈਏ। ਜਨਕ ਭਗਵਾਨ ਰਾਮਚੰਦਰ ਦਾ ਸਹੁਰਾ ਵੀ ਸੀ। ਉਹਦਾ ਨਾਮ ਜਨਕ ਸੀ ਨਾ। ਲੇਕਿਨ ਇਹ ਜਨਕ ਦੀ ਗੱਲ ਨਹੀਂ। ਉਹ ਜਨਕ ਜਿਹੜਾ ਸੀ ਨਾ, ਉਹ ਸਤਿਯੁਗ ਦੇ ਵਿੱਚ ਜਨਕ ਹੋਇਆ। ਇਹ ਜਨਕ ਤ੍ਰੇਤਾ ਵਿੱਚ ਹੋਇਆ। ਇੱਕ ਯੁੱਗ ਦਾ ਫਰਕ ਹੈ। ਲੇਕਿਨ ਉਹ ਬੰਸ ਸਤਿਯੁਗ ਵਾਲੇ ਜਨਕ ਦੀ, ਜਿਹਨੇ 18 ਕੁੰਡ ਨਰਕਾਂ ਦੇ ਖਾਲੀ ਕੀਤੇ। ਆਮ ਸ਼ਬਦ ਜਦੋਂ ਪੜ੍ਹਦੇ ਨਾ, ਉਹਦਾ ਜ਼ਿਕਰ ਆਉਂਦਾ ਹੈ ਵੀ ਇੱਕ ਘੜੀ ਦੇ ਸਿਮਰਨ ਦੇ ਨਾਲ 18 ਕੁੰਡ ਭਾਵ ਸਾਰੇ ਨਰਕ ਖਾਲੀ ਕਰਤੇ। ਉਹ ਜਨਕ ਦੀ ਗੱਲ ਹੈ। ਉਹ ਵੀ ਭੁੱਲ ਗਿਆ ਕਿਸੇ ਟਾਈਮ, ਉਹ ਵੀ ਕਿਸੇ ਟਾਈਮ ਭੁੱਲ ਗਿਆ। ਹਾਲਾਂਕਿ ਉਸ ਟਾਈਮ ਦਾ ਮੰਨਿਆ ਪ੍ਰਮੰਨਿਆ ਬ੍ਰਹਮ ਗਿਆਨੀ, ਰੱਬ ਨਾ ਮਿਲਿਆ, ਖੁਦਾ ਨਾ ਮਿਲਿਆ। ਇੱਥੇ ਪਾਸ਼ਾ ਸੰਕਾ ਭੁੱਲਣ ਅੰਦਰ ਸਭ ਕੋ, ਸਾਰਾ ਸੰਸਾਰ ਭੁੱਲਣ ਅੰਦਰ ਹੈ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਇੱਕ ਗੁਰੂ ਨਹੀਂ ਭੁੱਲਿਆ ਸੰਸਾਰ 'ਤੇ, ਅਤੇ ਇੱਕ ਰੱਬ ਨਹੀਂ ਭੁੱਲਿਆ ਸੰਸਾਰ 'ਤੇ। ਅਸੀਂ ਸੁਣਿਆ ਕਦੇ? ਇਹ ਦੋ ਜਿਹੜੇ ਭੁੱਲੇ ਨਹੀਂ ਅਸੀਂ ਸੁਣੇ ਕਦੇ ਵੀ, ਨਾ ਸੁਣੋਗੇ।
ਕਿਉਂਕਿ ਭੁੱਲਦੇ ਹੀ ਨਹੀਂ। ਮੰਨ ਲਓ ਜੇ ਸਾਨੂੰ ਖੁਦਾ ਭੁੱਲ ਜਾਵੇ, ਖੁਦਾ ਸਾਨੂੰ ਭੁੱਲ ਜਾਵੇ, ਅਸੀਂ ਤਾਂ ਭੁੱਲੇ ਆ ਨਾ ਖੁਦਾ ਨੂੰ, ਵੀ ਸਾਨੂੰ ਖੁਦਾ ਭੁੱਲ ਜਾਵੇ ਤੇ ਸਾਡਾ ਕੀ ਹਾਲ ਹੋਊਗਾ। ਸਾਰੇ ਨਰਕਾਂ ਦੀਆਂ ਪੜਨਾ ਸਾਡੇ ਉੱਤੇ ਆਣ ਕੇ ਡਿੱਗ ਜਾਣਗੀਆਂ, ਸਾਰੇ ਦੁੱਖਾਂ ਦੀਆਂ ਪੜਨਾ ਸਾਡੇ ਉੱਤੇ ਆਣ ਕੇ ਡਿੱਗ ਜਾਣਗੀਆਂ। ਪਰ ਉਹ ਨਹੀਂ ਭੁੱਲਦਾ, ਉਹ ਨਹੀਂ ਭੁੱਲਦਾ। ਇਸ ਵਾਸਤੇ ਅਸੀਂ ਉਹਨੂੰ ਭੁੱਲ ਗਏ। ਭੁੱਲਣ ਕਰਕੇ ਪਤਾ ਕੀ ਹੋਇਆ, ਹੁਣ ਉਸੇ ਰਾਜ ਦੀ ਜਨਕ ਰਾਜ ਦੀ ਵੈਸੇ ਤਾਂ ਗੱਲ ਆਪਾਂ ਰਾਜੇ ਤੋਂ ਹੀ ਗੱਲ ਕਰ ਲੈਂਦੇ ਹਾਂ। ਨਾਰ ਕਹਿੰਦੇ ਨੇ ਬੰਦੇ ਨੂੰ, ਤੇ ਪਤੀ ਕਹਿੰਦੇ ਆ ਬੰਦਿਆਂ ਦਾ ਮਾਲਕ। ਨਰਪਤ ਰਾਜਾ ਆਪਣੇ ਸਿੰਘਾਸਨ 'ਤੇ ਸੁੱਤਾ, ਆਪਣੇ ਆਸਨ 'ਤੇ ਸੁੱਤਾ ਹੈ। ਸੁਪਨਾ ਆਇਆ, ਸੁਪਨੇ ਵਿੱਚ ਭਿਖਾਰੀ ਬਣ ਗਿਆ। ਭੁੱਖ ਬੜੀ ਲੱਗੀ ਹੈ, ਮੰਗਦਾ ਫਿਰਦਾ, ਪ੍ਰਸ਼ਾਦਾ ਕਿਤੋਂ ਨਹੀਂ ਮਿਲਿਆ। ਦੇਖਿਆ ਕਿਤੇ ਭੰਡਾਰਾ ਚੱਲ ਰਿਹਾ ਹੈ, ਉੱਥੇ ਜਾ ਕੇ ਦੱਸਦੇ ਕਿ ਮੰਗ ਕੀਤੀ ਕਿ ਮੈਨੂੰ ਵੀ ਭੋਜਨ ਦਿਓ। ਹੁਣ ਭੋਜਨ ਪਾਉਣ ਤੇ ਪਾਤਰ ਕੋਈ ਨਹੀਂ, ਭਾਂਡਾ ਕੋਈ ਨਹੀਂ, ਕੱਚ ਭੋਜਨ ਪਵਾਵੇ। ਦੱਸਦੇ ਕਿ ਥੋੜ੍ਹੀ ਦੂਰ ਨਿਗਾਹ ਪਾਈ, ਸੁਪਨਾ ਸਭ ਕੁਝ ਬਣਾ ਦਿੰਦਾ ਹੈ। ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਨਾ, ਸੁਪਨਾ ਨਾਲ ਦੇ ਨਾਲ ਸਭ ਤਿਆਰ ਕਰ ਦਿੰਦਾ ਹੈ। ਰਿਸ਼ਤੇਦਾਰ, ਭੈਣ ਭਰਾ, ਸੰਬੰਧੀ, ਸੰਸਾਰ ਦੀਆਂ ਵਸਤੂ, ਸੰਸਾਰ ਦੇ ਪਦਾਰਥ, ਸੁਪਨਾ ਨਾਲ ਦੇ ਨਾਲ ਸਭ ਤਿਆਰ ਕਰ ਦਿੰਦਾ। ਕਿੱਡਾ ਬਲੀ ਹੈ ਸੁਪਨਾ, ਕਿੱਡੀ ਕੁ ਤਾਕਤਵਰ ਸੁਪਨਾ, ਜਿਹੜਾ ਸਭ ਕੁਝ ਨਾਲ ਦੇ ਨਾਲ ਹੀ ਬਣਾਈ ਜਾਂਦਾ ਹੈ। ਨਿਗਾਹ ਮਾਰੀ, ਕੁਮਾਰ ਦਾ ਘਰ ਸੀ। ਹੁਣ ਕੁਮਾਰ ਦੇ ਕੋਲੋਂ ਕੋਈ ਭਾਂਡਾ ਲੈਣਾ ਚਾਹਵੇ ਤੇ ਪੈਸੇ ਤੋਂ ਬਗੈਰ ਤੇ ਨਹੀਂ ਮਿਲਦਾ, ਆਪ ਭਿਖਾਰੀ ਹੈ। ਭਾਂਡਾ ਕੌਣ ਦੇਵੇ ਬਗੈਰ ਪੈਸੇ ਤੋਂ। ਅਖੀਰ ਟੁੱਟਾ ਹੋਇਆ ਘੜਾ ਪਿਆ ਸੀ, ਉਹਦਾ ਬੱਬਰ ਪਿਆ ਸੀ, ਟੁੱਟਾ ਹੋਇਆ ਪੀਸ ਪਿਆ ਸੀ ਇੱਦਾਂ ਕਹਿ ਲਈਏ। ਉਹ ਚੁੱਕ ਲਿਆ। ਦੇਖੋ ਹੈ ਰਾਜਾ, ਸੁਪਨੇ ਵਿੱਚ ਭਿਖਾਰੀ ਹੈ, ਸੋਨੇ ਦੇ ਬਰਤਨਾਂ 'ਚ ਖਾਣ ਵਾਲਾ ਰਾਜਾ, 36 ਪ੍ਰਕਾਰ ਦੇ ਭੋਜਨ, ਤੇ ਸੁਪਨਾ ਕਿੱਥੇ ਲੈ ਗਿਆ ਉਹਨੂੰ। ਕੁਮਾਰਾਂ ਦੇ ਘਰੋਂ ਟੁੱਟਾ ਬੱਬਰ ਚੁੱਕਿਆ, ਘੜੇ ਦਾ ਪੀਸ ਟੁੱਟਾ ਚੁੱਕਦਾ, ਜਿਹਨੂੰ ਆਪਾਂ ਆਮ ਤੌਰ 'ਤੇ ਬੱਬਰ ਕਹਿ ਦਿੰਦੇ ਹਾਂ। ਕਿ ਜੇ ਉਹ ਜਾਗਦਾ ਹੁੰਦਾ ਰਾਜਾ, ਤੇ ਬੱਬਰ ਚੁੱਕ ਕੇ ਉਹਦੇ ਵਿੱਚ ਪਾ ਕੇ ਖਾਂਦਾ, ਨਹੀਂ ਸੀ ਨਾ ਖਾ ਸਕਦਾ ਉਹ। ਪਰ ਇਹ ਸੁਪਨੇ ਦੀ ਕਰਾਮਾਤ ਸੀ, ਇਹ ਸੁਪਨੇ ਦੀ ਖੇਡ ਸੀ, ਇੱਕ ਅਚਰਜ ਖੇਡ ਸੀ। ਬੱਬਰਾ ਚੁੱਕ ਲਿਆ, ਲੰਗਰ ਵਰਤ ਰਿਹਾ ਸੀ, ਭੰਡਾਰਾ ਵਰਤ ਰਿਹਾ ਸੀ, ਉੱਥੋਂ ਲੰਗਰ ਪਵਾ ਲਿਆ, ਭੰਡਾਰਾ ਪਵਾ ਲਿਆ, ਭੋਜਨ ਪਵਾ ਲਿਆ। ਦੇਖੋ ਸੁਪਨੇ ਦੀ ਹੁਣ ਅੱਗੇ ਕਰਾਮਾਤ। ਦੋ ਸਾਨ ਕਿੱਥੋਂ ਆ ਗਏ, ਦੋ ਸਾਨ ਭਿੜਦੇ ਭਿੜਦੇ ਆਏ, ਉਹਦੀ ਲਪੇਟ ਵਿੱਚ ਰਾਜਾ ਆ ਗਿਆ। ਉਹ ਬੱਬਰ ਵਿੱਚ ਪਾਇਆ ਹੋਇਆ ਭੋਜਨ ਜਿਹੜਾ ਸੀ, ਉਹ ਬੱਬਰ ਹੱਥ 'ਚੋਂ ਜਦੋਂ ਉਹਨਾਂ ਦੀ ਪੇਟ ਵਿੱਚ ਆ ਗਿਆ, ਸਾਨਾਂ ਦੀ ਲੜਦਿਆਂ ਦੇ ਬੱਬਰ ਹੱਥ ਵਿੱਚੋਂ ਡਿੱਗਿਆ, ਭੋਜਨ ਗਿਆ। ਆਪਾਂ ਵਿਚਾਰ ਕਰਦੇ ਸੀ ਕੱਲ੍ਹ ਇਸੇ ਪ੍ਰਥਾ ਹੈ ਵੀ ਇਸ ਸੁਪਨੇ ਦੀ ਉਮਰ ਕਿੰਨੀ ਕੁ,
ਹੁਣ ਰਾਜਾ ਪਤਾ ਨਹੀਂ ਵੀ 2 ਘੰਟੇ ਸੁੱਤਾ ਕਿ 4 ਘੰਟੇ ਸੁੱਤਾ ਕਿ 5 ਘੰਟੇ ਸੁੱਤਾ, ਇਹ ਤਾਂ ਉਸ ਟਾਈਮ ਦੀ ਗੱਲ ਰਾਜੇ ਨੂੰ ਪਤਾ ਹੋਊ ਨਾ। ਪਰ ਆਪਾਂ ਤਾਂ ਕਥਾ ਕਹਾਣੀਆਂ ਕਰ ਰਹੇ ਨਾ, ਗੱਲਾਂ ਕਰ ਰਹੇ ਉਹਦੀਆਂ। ਉਸ ਟਾਈਮ ਨਾ ਆਪਾਂ ਸੀ ਨਾ ਉਹ ਰਾਜਾ ਸੀ ਉਸ ਟਾਈਮ। ਹੋ ਸਕਦਾ ਉਹ ਰਾਜਾ ਜਿਸ ਟਾਈਮ ਸੀ ਉਸ ਟਾਈਮ ਅਸੀਂ ਵੀ ਕਿਸੇ ਜੂਨੀ ਵਿੱਚ ਹੋਈਏ, ਪਰ ਸਾਨੂੰ ਸਮਝ ਨਹੀਂ ਨਾ। ਪਰ ਲਿਖੀ ਹੋਈ ਗੱਲ ਪਰ ਯਾਦ ਰਹਿ ਜਾਂਦੀ ਹੈ। ਮੌਕੇ 'ਤੇ ਜਿਹੜੀ ਰਿਸ਼ੀਆਂ ਮੁਨੀਆਂ ਨੇ ਲਿਖ ਦਿੱਤੀ ਨਾ ਗੱਲ, ਉਹ ਲਿਖੀ ਹੋਈ ਯੁੱਗਾਂ ਤੱਕ ਵੀ ਯਾਦ ਰਹਿ ਜਾਂਦੀ ਹੈ। ਜਿਹੜੀ ਲਿਖੀ ਨਾ ਹੋਵੇ ਉਹ ਨਹੀਂ। ਹੁਣ ਸਾਡੇ ਲੇਖ ਲਿਖੇ ਆ ਉਸ ਅਕਾਲ ਪੁਰਖ ਵਾਹਿਗੁਰੂ ਨੇ, ਸਾਡੇ ਕੀਤੇ ਕਰਮਾਂ ਅਨੁਸਾਰ। ਉਹ ਕਈਆਂ ਜਨਮਾਂ ਦੇ ਲਿਖੇ ਹੋਏ ਲੇਖ ਆ, ਕਈਆਂ ਜਨਮਾਂ ਦੇ ਲਿਖੇ ਹੋਏ ਲੇਖ ਆ। ਕੁਝ ਕੁ ਭੋਗ ਜਾਂਦੇ ਅਸੀਂ, ਕੁਝ ਕੁ ਰਹਿ ਜਾਂਦੇ ਨੇ। ਉਹਨਾਂ ਨੂੰ ਅਸੀਂ ਸੰਚਿਤ ਕਰਮ ਕਹਿੰਦੇ, ਵੀ ਬਚੇ ਹੋਏ ਕਰਮ। ਕਈਆਂ ਜਨਮਾਂ ਦੇ ਕਰਮ ਸਾਨੂੰ ਭੋਗਣੇ ਪੈ ਜਾਂਦੇ ਆ, ਲਿਖੇ ਆਏ ਆ, ਭੋਗ ਨਹੀਂ ਸਕੇ। ਪਤਾ ਨਹੀਂ ਕਿਹੜੇ ਜਨਮ ਜਾ ਕੇ ਭੋਗਣਾ ਪਵੇ। ਜਿਸ ਟਾਈਮ ਉਹ ਰਾਜਾ ਜਨਕ ਹੋਊਗਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਉਸ ਟਾਈਮ ਅਸੀਂ ਪਤਾ ਨਹੀਂ ਕਿਹੜੀ ਜੂਨੀ 'ਚ ਹੋਵਾਂਗੇ। ਮੰਨ ਲਓ ਕਿ ਅਸੀਂ ਮਨੁੱਖ ਹੀ ਹੋਵਾਂਗੇ, ਅਤੇ ਸਾਨੂੰ ਤਿੰਨਾਂ ਯੁੱਗਾਂ ਦੀ ਗੱਲ ਕਿਵੇਂ ਯਾਦ ਰਹਿ ਜੂ? ਨਹੀਂ ਨਾ ਯਾਦ ਰਹਿ ਸਕਦੀ। ਸਾਨੂੰ 2 ਦਿਨ ਦੀ ਗੱਲ ਯਾਦ ਨਹੀਂ ਰਹਿੰਦੀ। ਹਾਂ, ਇਹ ਗੱਲ ਵੱਖਰੀ ਹੈ। ਕੋਈ ਗੱਲ, ਕੋਈ ਸ਼ਬਦ ਸਾਡੇ ਮਨ 'ਤੇ ਚੋਟ ਮਾਰ ਗਿਆ ਹੋਵੇ, ਉਹ ਸਾਰੀ ਉਮਰ ਵੀ ਯਾਦ ਰਹਿ ਸਕਦਾ। ਪਰ ਇੱਕ ਜਨਮ ਯਾਦ ਰਹਿ ਸਕਦਾ ਨਾ, ਇੱਕ ਉਮਰ, ਇੱਕ ਜੀਵਨ ਦੀ ਉਮਰ ਯਾਦ ਰਹਿ ਸਕਦਾ ਨਾ। ਜਨਮਾਂ ਜਨਮਾਂਤਰਾਂ ਦਾ ਤਾਂ ਯਾਦ ਨਹੀਂ ਰਹਿ ਸਕਦਾ। ਉਹ ਯਾਦ ਰਹਿ ਸਕਦਾ ਕੇਵਲ ਲਿਖਿਆ ਕਰਕੇ। ਹੁਣ ਅੱਖ ਖੁੱਲ੍ਹੀ ਰਾਜੇ ਜਨਕ ਦੀ, ਤੇ ਸਿੰਘਾਸਨ 'ਤੇ ਪਿਆ। ਹੁਣ ਸੁਪਨੇ ਵਿੱਚ ਇੰਨਾ ਦੁਖੀ ਸੀ, ਰੱਜ ਕੇ ਦੁਖੀ ਸੀ, ਰੋਟੀ ਖਾਣ ਨੂੰ ਆਤੁਰ ਸੀ, ਰੋਟੀ ਤੋਂ ਦੁਖੀ ਸੀ। ਪਰ ਅੱਖ ਖੁੱਲ੍ਹੀ ਤਾਂ ਸਭ ਕੁਝ ਝੂਠ ਸੀਗਾ। ਪਰ ਉਦੋਂ ਅਸੀਂ ਸੱਚ ਮੰਨਿਆ ਸਾਰਾ, ਵੀ ਮੈਂ ਹੋਵਾਂ ਰਾਜੀ, ਭਿਖਾਰੀ ਬਣ ਗਿਆ। ਮੈਂ ਤਾਂ ਸੱਚ ਬਣ ਕੇ ਦੁਖੀ ਹੋਇਆ ਨਾ। ਅਸੀਂ ਸੰਸਾਰ ਦੇ ਸੁਪਨੇ ਨੂੰ ਦੇਖ ਕੇ ਦੁਖੀ ਹਾਂ। ਸਭ ਦੁਖੀ ਹਾਂ। ਇਸੇ ਕਰਕੇ ਦੁਖੀ ਹਾਂ ਕਿ ਅਸੀਂ ਵੱਡੇ ਵੱਡੇ ਸੁਪਨੇ ਅੱਜ ਵੀ ਲੈ ਰਹੇ ਹਾਂ, ਜਾਗਦੇ ਸੁਪਨੇ ਵਿੱਚ। ਪਿਆਰੇ ਦੇ ਗੁਰੂ ਦੇ ਸ਼ਬਦ ਸੁਣ ਕੇ ਹੀ ਸੁਖੀ ਹੋ ਸਦਾ ਸੁਣਾ ਦੂਖ ਪਾਪ ਕਾ ਨਾਸ਼। ਗੁਰੂ ਦਾ ਸ਼ਬਦ ਸੁਣਨ ਦੇ ਨਾਲ ਹੀ ਇਹੋ ਜਿਹੇ ਦੁੱਖਾਂ ਦਾ, ਕਲੇਸ਼ਾਂ ਦਾ ਨਾਸ਼ ਹੋ ਸਕਦਾ ਹੈ, ਜਿਹਨੂੰ ਅਸੀਂ ਸੁਪਨੇ ਵਿੱਚ ਵੀ ਸੱਚ ਬਣ ਕੇ ਦੁਖੀ ਹੋਏ। ਹੈ ਸੁਖੀ ਸੀ। ਰੱਬ ਸਾਡੇ ਕੋਲ ਹੈ, ਪਰ ਅਸੀਂ ਭੁੱਲ ਗਏ। ਵਿਚਾਰ ਲੰਬੀ ਹੁੰਦੀ ਹੈ। ਪਾਤਸ਼ਾਹ ਕਿਰਪਾ ਕਰੇ। ਇੱਥੇ ਆਪਾਂ ਸਮਾਪਤੀ ਕਰ ਦਿੰਦੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਦੇ। ਕੱਲ੍ਹ ਨੂੰ ਜੋ ਆਪਣੇ 'ਤੇ ਪਾਤਸ਼ਾਹ ਕਿਰਪਾ ਕਰਨਗੇ, ਇੱਥੋਂ ਹੀ ਆਪਾਂ ਸੁਪਨੇ ਤੋਂ ਤੇ ਰਾਜੇ ਤੋਂ ਅੱਗੇ ਗੱਲ ਆਰੰਭ ਕਰ ਦਾਂਗੇ। ਆਓ ਹੁਣ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।